ਅਫਗਾਨਿਸਤਾਨ 'ਚ ਹੋਏ ਬੰਬ ਧਮਾਕੇ 'ਚ ਮਾਰੇ ਗਏ 3 ਸਿੱਖ ਦੁਕਾਨਦਾਰਾਂ ਵਿੱਚੋਂ ਇੱਕ ਸਨੀ ਸਿੰਘ ਹੈ, ਜਿਸ ਦਾ ਪਰਿਵਾਰ ਲੁਧਿਆਣਾ ਵਿੱਚ ਹੈ, ਪਰ ਉਹ ਅਫਗਾਨਿਸਤਾਨ 'ਚ ਕੰਮ ਦੇ ਸਿਲਸਿਲੇ 'ਚ ਰੁਕਿਆ ਹੋਇਆ ਸੀ। ਸਨੀ ਦੇ ਘਰ ਪਿਛਲੇ ਸਾਲ ਅਕਤੂਬਰ ਮਹੀਨੇ ਬੇਟਾ ਹੋਇਆ, ਪਰ ਅਗਸਤ ਮਹੀਨੇ ਹੀ ਉਹ ਅਫਗਾਨਿਸਤਾਨ ਪਰਤ ਆਇਆ ਸੀ। ਸਨੀ ਸਿੰਘ ਆਪਣੇ ਬੇਟੇ ਦਾ ਮੂੰਹ ਤੱਕ ਵੀ ਨਹੀਂ ਵੇਖ ਸਕਿਆ ਅਤੇ ਹਣੂਣੀ ਵਾਪਰ ਗਈ। ਹੁਣ ਇਸ ਪਰਿਵਾਰ ਦਾ ਕੋਈ ਵਾਲੀ ਵਾਰਸ ਨਹੀਂ ਬਚਿਆ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਸਨੀ ਸਿੰਘ ਦੇ ਬੇਟੇ ਗੁਰਵੰਸ਼ ਦਾ ਜਨਮ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਹੋਇਆ। ਸਨੀ ਸਿੰਘ ਉਰਫ ਮੰਟੋ ਦਵਾਈਆਂ ਅਤੇ ਮਸਾਲੇ ਦਾ ਵਪਾਰੀ ਸੀ ਅਤੇ ਆਪਣੀ ਪਤਨੀ ਨੂੰ ਕਾਬਲ ਤੋਂ ਦਿਨ ਵਿੱਚ ਕਈ ਵਾਰ ਫੋਨ ਕਰਦਾ ਸੀ। ਉਸ ਦੀ ਇਹ ਜਾਣਨ ਦੀ ਇੱਛਾ ਹਰ ਵੇਲੇ ਰਹਿੰਦੀ ਸੀ ਕਿ ਉਸ ਦਾ ਬੱਚਾ ਕੀ ਕਰ ਰਿਹਾ ਹੈ। ਸਨੀ ਦੀ ਪਤਨੀ ਯਾਦ ਕਰਦੀ ਹੈ ਕਿ ਉਹ ਫੋਨ ਤੇ ਕਹਿੰਦਾ ਸੀ ਕਿ ਉਹ ਆਪਣੇ ਬੱਚੇ ਗੁਰਵੰਸ਼ ਨੂੰ ਆਪਣੀਆਂ ਬਾਹਾਂ ਵਿੱਚ ਫੜਨ ਦਾ ਇੰਤਜ਼ਾਰ ਨਹੀਂ ਕਰ ਸਕਦਾ। ਉਹ ਕਹਿੰਦਾ ਸੀ ਕਿ ਉਸ ਨੂੰ ਇੱਕ ਵਾਰ ਗੋਦੀ 'ਚ ਚੁੱਕੇਗਾ ਤਾਂ ਉਸ ਨੂੰ ਕਦੇ ਨਹੀਂ ਛੱਡੇਗਾ। ਕਾਬਲ ਵਿਖੇ ਸ਼ਨੀਵਾਰ ਨੂੰ ਇੱਕ ਧਮਾਕੇ ਵਿੱਚ ਜਾਨ ਗਵਾਉਣ ਵਾਲੇ ਅਫਗਾਨ ਸਿੱਖ ਸਨੀ ਸਿੰਘ ਦੀ ਪਤਨੀ ਸ਼ਿਵਾਨੀ ਭਾਵਕ ਹੁੰਦਿਆਂ ਹੁਣੇ ਬਿਆਨ ਕਰ ਰਹੀ ਹੈ। ਪਰ ਕੀ ਪਤਾ ਸੀ ਕਿ ਉਹ ਕਦੇ ਆਪਣੇ ਪੁੱਤਰ ਦਾ ਚਿਹਰਾ ਨਹੀਂ ਵੇਖ ਸਕੇਗਾ। ਇੱਥੋਂ ਤੱਕ ਕਿ ਉਸ ਦੇ ਅੰਤਿਮ ਸੰਸਕਾਰ 'ਚ ਵੀ ਪਰਿਵਾਰ ਸ਼ਾਮਲ ਨਹੀਂ ਹੋ ਸਕਿਆ। ਉਸ ਦਾ ਅੰਤਿਮ ਸੰਸਕਾਰ ਕਾਬੁਲ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਮੈਂਬਰਾਂ ਦੁਆਰਾ ਕੀਤਾ ਗਿਆ। ਉਸ ਦੀ ਪਤਨੀ ਨੇ ਵੀਡੀਓ ਕਾਲ ਜ਼ਰੀਏ ਇਹ ਸਭ ਵੇਖਿਆ, ਪਰ ਇਹ ਪਲ ਪਰਿਵਾਰ ਨੂੰ ਝੰਜੋੜ ਦੇਣ ਵਾਲੇ ਸਨ। ਸ਼ਿਵਾਨੀ ਉਰਫ ਸਨੇਹਾ ਯਾਦ ਕਰਦੀ ਹੈ ਕਿ ਮੇਰਾ ਪਤੀ ਪਿਛਲੇ ਸਾਲ ਅਗਸਤ ਵਿੱਚ ਕਾਬੁਲ ਗਿਆ ਸੀ ਅਤੇ ਸਾਡੇ ਬੇਟੇ ਦਾ ਜਨਮ ਅਕਤੂਬਰ ਵਿੱਚ ਹੋਇਆ ਸੀ। ਉਦੋਂ ਤੋਂ ਹੀ ਉਹ ਲੁਧਿਆਣਾ ਵਾਪਸ ਨਹੀਂ ਆਇਆ ਸੀ। ਉਹ ਸਾਡੇ ਲਈ ਕਮਾਈ ਕਰਨ ਲਈ ਕਾਬੁਲ ਵਿੱਚ ਰਹਿ ਰਿਹਾ ਸੀ, ਪਰ ਉਸ ਦਾ ਦਿਲ ਅਤੇ ਦਿਮਾਗ ਹਮੇਸ਼ਾ ਲੁਧਿਆਣਾ ਵਿੱਚ ਹੀ ਸੀ। ਸ਼ੁੱਕਰਵਾਰ ਰਾਤ ਨੂੰ ਉਸਨੇ ਦੇਰ ਰਾਤ ਤੱਕ ਮੇਰੇ ਨਾਲ ਗੱਲਬਾਤ ਕੀਤੀ ਸੀ ਅਤੇ ਪੁੱਛਦਾ ਰਿਹਾ ਸੀ ਕਿ ਬੱਚਾ ਠੀਕ ਹੈ ਜਾਂ ਨਹੀਂ, ਪਰ ਉਹ ਆਪਣੇ ਬੇਟੇ ਨੂੰ ਵੇਖੇ ਬਿਨਾਂ ਇਸ ਦੁਨੀਆ ਤੋਂ ਸਦਾ ਲਈ ਰੁਖਸਤ ਹੋ ਗਿਆ। ਇਸ ਤੋਂ ਵੱਧ ਮੰਦਭਾਗੀ ਗੱਲ ਹੋਰ ਕੀ ਹੋ ਸਕਦੀ ਹੈ। ਪਿਛਲੇ ਸਾਲ ਫਰਵਰੀ ਮਹੀਨੇ ਸਨੀ ਨਾਲ ਉਸ ਦਾ ਵਿਆਹ ਹੋਇਆ ਸੀ। ਸਨੀ ਆਪਣੀਆਂ ਦਵਾਈਆਂ ਤੇ ਮਸਾਲੇ ਦਾ ਕਾਰੋਬਾਰ ਸ਼ੋਰ ਬਾਜ਼ਾਰ ਵਿੱਚ ਆਪਣੀ ਦੁਕਾਨ ਤੇ ਚਲਾਉਣ ਲਈ ਅਕਸਰ ਕਾਬੁਲ ਜਾਂਦਾ ਹੁੰਦਾ ਸੀ। ਸ਼ਨੀਵਾਰ ਨੂੰ ਧਮਾਕੇ ਵਿੱਚ ਸਨੀ ਸਿੰਘ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਸਿੱਖ ਸ਼ੇਰ ਸਿੰਘ 60 ਸਾਲ ਅਤੇ ਚੂਚਾ ਸਿੰਘ 55 ਸਾਲ ਜ਼ਖਮੀ ਹੋ ਗਏ ਸਨ। ਚੂਚਾ ਸਿੰਘ ਅਤੇ ਸ਼ੇਰ ਸਿੰਘ ਆਪਣੀਆਂ ਦੁਕਾਨਾਂ ਤੇ ਸਨ। ਦੁਕਾਨਾਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ। ਚੂਚਾ ਸਿੰਘ ਅਤੇ ਸ਼ੇਰ ਸਿੰਘ ਦੇ ਪਰਿਵਾਰ ਵੀ ਲੁਧਿਆਣਾ ਵਿੱਚ ਹਨ। ਸਨੀ ਦਾ ਜਨਮ ਕਾਬੁਲ ਵਿੱਚ ਹੋਇਆ ਸੀ ਅਤੇ ਉਸ ਦਾ ਅੰਤਿਮ ਸੰਸਕਾਰ ਇੱਥੇ ਸ਼ਨੀਵਾਰ ਨੂੰ ਕੀਤਾ ਗਿਆ। ਉਸ ਦੀ ਮਾਂ ਅਤੇ ਭਰਾ ਕਾਬੁਲ ਵਿੱਚ ਹਨ, ਪਰ ਪਤਨੀ ਅਤੇ ਬੇਟਾ ਲੁਧਿਆਣਾ ਵਿੱਚ ਹਨ। ਉਹ ਲੁਧਿਆਣਾ ਜਾਣ ਦੀ ਯੋਜਨਾ ਬਣਾ ਰਿਹਾ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਹਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਪਿਛਲੇ ਸਾਲ ਮਾਰਚ ਵਿੱਚ ਕਾਬੁਲ ਦੇ ਗੁਰਦੁਆਰਾ ਹਰ ਰਾਏ ਸਾਹਿਬ ਵਿੱਚ ਹੋਏ ਇਸਲਾਮਿਕ ਸਟੇਟ ਵੱਲੋਂ ਸਪਾਂਸਰ ਕੀਤੇ ਗਏ ਅੱਤਵਾਦੀ ਹਮਲੇ ਤੋਂ ਬਾਅਦ ਅਫਗਾਨਿਸਤਾਨ ਵਿੱਚ ਘੱਟ ਗਿਣਤੀ ਸਿੱਖ ਅਤੇ ਹਿੰਦੂ ਭਾਈਚਾਰੇ ਦੀ ਸਲਾਮਤੀ ਨੂੰ ਲੈ ਕੇ ਸੰਸੇ ਖੜੇ ਹੋਏ ਸਨ। ਬਹੁਤੇ ਮੈਂਬਰਾਂ ਨੂੰ ਦਿੱਲੀ ਭੇਜ ਦਿੱਤਾ ਗਿਆ। ਹਾਲਾਂਕਿ ਜਿਹੜੇ ਲੋਕ ਅਜੇ ਵੀ ਜੰਗ ਪੀੜਤ ਦੇਸ਼ ਵਿੱਚ ਪਿੱਛੇ ਰਹਿ ਗਏ ਹਨ, ਬਚਾਅ ਲਈ ਹਰ ਰੋਜ਼ ਲੜਾਈ ਲੜ ਰਹੇ ਹਨ, ਰੋਜ਼ ਮਰ ਰਹੇ ਹਨ। ਸਿੱਖ ਭਾਈਚਾਰੇ ਦੇ ਕੁਝ ਮੈਂਬਰ ਹਜੇ ਵੀ ਕਾਬੁਲ ਵਿੱਚ, ਜਲਾਲਾਬਾਦ ਅਤੇ ਅਫਗਾਨਿਸਤਾਨ ਦੇ ਹੋਰ ਸ਼ਹਿਰਾਂ ਵਿੱਚ ਬਚੇ ਹੋਏ ਹਨ। ਉਹ ਇੱਥੇ ਮਜਬੂਰੀ ਵਸ ਆਏ ਹਨ। ਉਹ ਸੱਚਮੁੱਚ ਗਰੀਬ ਹਨ ਅਤੇ ਦੇਸ਼ ਛੱਡਣ ਦੇ ਸਮਰੱਥ ਨਹੀਂ ਹਨ, ਕਿਉਂਕਿ ਉਹਨਾਂ ਦੇ ਕੰਮ ਅਤੇ ਕਾਰੋਬਾਰ ਤੇ ਅਸਰ ਪਵੇਗਾ। ਜਿਹੜੇ ਲੋਕ ਰਵਾਨਗੀ ਕਰ ਸਕਦੇ ਸਨ, ਉਹ ਪਹਿਲਾਂ ਹੀ ਦਿੱਲੀ ਲਈ ਰਵਾਨਾ ਹੋ ਗਏ ਸਨ। ਪਰ ਅਜੇ ਵੀ ਜਿਹੜੇ ਪਿੱਛੇ ਰਹਿ ਗਏ ਹਨ, ਉਹ ਲੋਕ ਹਨ ਜੋ ਜਾਨ ਹਥੇਲੀ ਤੇ ਰੱਖ ਕੇ ਜੀ ਰਹੇ ਹਨ। ਸਨੀ ਉਹਨਾਂ ਗਰੀਬ ਸਿੱਖਾਂ ਵਿੱਚੋਂ ਇੱਕ ਸੀ ਅਤੇ ਆਪਣੇ ਪਰਿਵਾਰ ਲਈ ਗੁਜ਼ਾਰਾ ਚਲਾਉਣ ਲਈ ਕਾਬੁਲ ਵਿੱਚ ਰਹਿ ਗਿਆ ਸੀ। ਜੋ ਕੁਝ ਵੀ ਉਹ ਕਮਾ ਲੈਂਦਾ ਸੀ, ਉਹ ਪੈਸੇ ਲੁਧਿਆਣਾ ਵਿੱਚ ਆਪਣੇ ਪਰਿਵਾਰ ਨੂੰ ਭੇਜ ਦਿੰਦਾ ਸੀ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਬਾਕੀ ਸਿੱਖਾਂ ਨੂੰ ਵੀ ਅਫਗਾਨਿਸਤਾਨ ਤੋਂ ਬਚਾਇਆ ਜਾਵੇ, ਨਹੀਂ ਤਾਂ ਉਹਨਾਂ ਨੂੰ ਹੀ ਜਲਦੀ ਮਾਰ ਦਿੱਤਾ ਜਾਵੇਗਾ। ਖਾਲਸਾ ਨੇ ਕਿਹਾ ਕਿ ਅਸੀਂ ਲਗਾਤਾਰ ਡਰ ਦੇ ਸਾਏ ਵਿੱਚ ਰਹਿੰਦੇ ਹਾਂ। ਪਿਸ਼ੌਰੀ ਬਰਾਦਰੀ ਦੇ ਅਫਗਾਨ ਸਿੱਖਾਂ ਦੇ ਲਗਭਗ 200 ਤੋਂ 250 ਪਰਿਵਾਰ ਹਨ ਜੋ ਲੁਧਿਆਣਾ ਵਿੱਚ ਹਨ, ਪਰ ਉਹਨਾਂ ਦੇ ਆਦਮੀ ਕੰਮ ਲਈ ਕਾਬੁਲ ਰਹਿੰਦੇ ਹਨ। ਸ਼ਿਵਾਨੀ ਕਹਿੰਦੀ ਹੈ ਕਿ ਜਦੋਂ ਤੋਂ ਉਸਨੇ ਆਪਣੇ ਪਤੀ ਦੀ ਮੌਤ ਦੀ ਖਬਰ ਸੁਣੀ, ਉਹ ਹੈਰਾਨ ਪਰੇਸ਼ਾਨ ਹੋ ਗਈ ਕਿ ਉਸਦਾ ਤੇ ਉਸਦੇ ਬੇਟੇ ਦਾ ਭਵਿੱਖ ਕੀ ਹੈ, ਜੋ ਜਨਮ ਤੋਂ ਹੀ ਦਿਲ ਦੀ ਬਿਮਾਰੀ ਤੋਂ ਪੀੜਤ ਹੈ। ਉਹ ਰੋਂਦੀ ਹੋਈ ਕਹਿੰਦੀ ਹੈ ਕਿ ਉਹਨਾਂ ਕੋਲ ਤਾਂ ਸਿਰ ਤੇ ਛੱਤ ਵੀ ਨਹੀਂ। ਮੈਂ ਆਪਣੇ ਭਰਾ ਦੇ ਨਾਲ ਰਹਿ ਰਹੀ ਹਾਂ। ਇਸ ਤੋਂ ਵੱਡੀ ਮੰਦਭਾਗੀ ਗੱਲ ਹੋਰ ਕੋਈ ਹੋ ਨਹੀਂ ਸਕਦੀ ਕਿ ਮੇਰਾ ਪੁੱਤਰ ਆਪਣੇ ਜੀਵਨ ਕਾਲ ਵਿੱਚ ਇੱਕ ਵਾਰ ਵੀ ਆਪਣੇ ਪਿਤਾ ਨੂੰ ਨਹੀਂ ਮਿਲ ਸਕਿਆ। ਮੇਰੇ ਪਿਤਾ ਜੀ ਦੀ ਮੌਤ ਹੋ ਗਈ ਸੀ ਜਦੋਂ ਮੈਂ ਸਿਰਫ 6 ਮਹੀਨੇ ਦੀ ਸੀ ਅਤੇ ਮੇਰੀ ਮਾਂ ਨੇ ਪਿਛਲੇ ਸਾਲ ਮੇਰਾ ਵਿਆਹ ਕਰਵਾ ਦਿੱਤਾ ਸੀ। ਉਸਨੇ ਕਿਹਾ ਕਿ ਜਿਹੜੇ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਮੈਂਬਰ ਅਫਗਾਨਿਸਤਾਨ ਵਿੱਚ ਅਜੇ ਵੀ ਰਹਿ ਗਏ ਹਨ, ਉਹਨਾਂ ਨੂੰ ਤੁਰੰਤ ਵਾਪਸ ਲਿਆਉਣਾ ਚਾਹੀਦਾ ਹੈ। ਮੈਂ ਆਪਣੇ ਪਤੀ ਨੂੰ ਕਾਬਲ ਵਾਪਸ ਜਾਣ ਤੋਂ ਰੋਕਦੀ ਸੀ, ਪਰ ਉਹ ਕਹਿੰਦਾ ਸੀ ਕਿ ਜੇ ਮੈਂ ਨਹੀਂ ਜਾਂਦਾ ਤਾਂ ਉਹ ਕਿਵੇਂ ਕਮਾਏਗਾ। ਉਹ ਕਹਿੰਦਾ ਸੀ ਕਿ ਜੇ ਉਹ ਕੰਮ ਨਹੀਂ ਕਰਦਾ ਤਾਂ ਅਸੀਂ ਆਪਣਾ ਘਰ ਨਹੀਂ ਬਣਾ ਪਾਵਾਂਗੇ। ਪਰ ਉਸ ਨੂੰ ਗਵਾਉਣ ਤੋਂ ਬਾਅਦ ਮੈਂ ਸਿਰਫ ਇਹ ਕਹਿ ਸਕਦੀ ਹਾਂ ਕਿ ਜ਼ਿੰਦਗੀ ਇੱਕ ਘਰ ਪੈਸੇ ਨਾਲੋਂ ਵਧੇਰੇ ਮਹੱਤਵਪੂਰਨ ਹੈ। ਕਾਬੁਲ ਵਿੱਚ ਰਹਿ ਗਏ ਲੋਕਾਂ ਨੂੰ ਤੁਰੰਤ ਬਚਾਇਆ ਜਾਣਾ ਚਾਹੀਦਾ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।